जी बेटा 1 एग्जाम्पल हो गई सी अपनी। अगलियां जिहड़ियां नहीं होईयां सैकेंड एग्जाम्पल, टू स्पीयर ऑफ मास m and m implies directly while moving with velocity u and v respectively in opposite direction। ਕਹਿੰਦੇ ਆਪਣੇ ਕੋਲ m ਤੇ m ਦੋ ਮਾਸ ਦਿੱਤੇ ਹੋਏ ਆ ਜਿਹੜੇ ਮੂਵ ਕਰ ਰਹੇ ਆ ਵੈਲੋਸਿਟੀ u ਐਂਡ v ਦੇ ਨਾਲ। ਕਿੱਧਰ ਨੂੰ ਮੂਵ ਕਰ ਰਹੇ ਆ? ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਇਫ ਆਫਟਰ ਇੰਪੈਕਟ ਸਪੀਅਰ ਆਫ ਮਾਸ m ਇਜ਼ ਬਰਾਊਟ ਟੂ ਦਾ ਰੈਸਟ, ਜੇ ਕਹਿੰਦੇ ਇਸ ਇੰਪੈਕਟ ਤੋਂ ਬਾਅਦ ਆਪਣਾ ਸਪੀਅਰ ਆ ਜਿਹੜਾ ਕਹਿੰਦੇ m ਮਾਸ ਦੇ ਉੱਪਰ ਰੈਸਟ ਕਰ ਰਿਹਾ ਗਾ, ਦੈਨ ਆਪਾਂ ਪ੍ਰੂਫ ਕਰਨੀ ਆ ਇਹ ਕੰਡੀਸ਼ਨ ਵੇਅਰ ਈ ਕੀ ਆਪਣੇ ਕੋਲੇ ਕੋਫੀਸ਼ੀਐਂਟ ਆਫ ਰੈਸਟੀਟਿਊਸ਼ਨ। ਠੀਕ ਹੈ, ਤਾਂ ਬੀ ਕੀ ਆਪਾਂ ਨੂੰ ਵੈਲੋਸਿਟੀ ਆ ਸਪੀਅਰ ਦੀ, m ਮਾਸ ਸੀਗਾ ਆਫਟਰ ਇੰਪੈਕਟ, ਤਾਂ ਫਸਟ ਆਪਾਂ ਕੀ ਆ ਕੰਜ਼ਰਵੇਸ਼ਨ ਲਾ ਲਾਤਾ, ਜਿਹੜਾ ਆਪਾਂ ਪਿੱਛੇ ਲਾ ਕੇ ਆਏ ਸੀ ਉਹੀ ਲਾ ਲਾਇਆ ਹੋਇਆ ਗਾ। ਰੈਸਟ 'ਤੇ ਸੀਗਾ ਤਾਂ ਕਰਕੇ m ਨਾਲ ਕੀ ਆ ਜਿਹੜੀ ਆਪਣੀ ਵੈਲੋਸਿਟੀ ਉਹ 0 ਆ ਜੂਗੀ। ਨੈਕਸਟ ਤੁਸੀਂ ਉਸੇ ਤਰ੍ਹਾਂ ਨਿਊਟਨ ਲਾ ਅਪਲਾਈ ਕਰੋਗੇ, ਇਹ ਵੀ ਆਪਾਂ ਪਿੱਛੇ ਕਰ ਚੁੱਕੇ ਹਾਂ। ਕਿਵੇਂ ਕਰਨਾ ਗਾ? 1 ਅਤੇ 2 ਇਕੁਏਸ਼ਨ ਦੋਨਾਂ ਨੂੰ ਇਕੁਅਲ ਟੂ ਰੱਖ ਕੇ ਸੋਲਵ ਕਰਾਂਗੇ ਤਾਂ ਆਪਣੇ ਕੋਲੇ ਰਿਕੁਆਇਰ ਰਿਜ਼ਲਟ ਆ ਜਾਊਗਾ। ਠੀਕ ਆ, ਬਿਲਕੁਲ ਈਜ਼ੀ ਐਗਜ਼ਾਮਪਲ ਆ। ਅਗਲੀ ਦੇਖੋ, ਆ ਬਾਲ P move with velocity u impinges directly on the equal wall q, move with velocity b, ਕਹਿੰਦੇ ਕੋਈ ਵॉल ਆ P ਜਿਹੜੀ ਕੀ ਆ ਵੈਲੋਸਿਟੀ u ਦੇ ਨਾਲ ਮੂਵ ਕਰ ਰਹੀ ਹੈ। ਕਿੱਧਰ ਵੱਲ ਨੂੰ? ਵੈਲੋਸਿਟੀ b ਵੱਲ ਨੂੰ, ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ। P ਕੀ ਆ ਜਿਹੜਾ ਆਪਣਾ ਬਰਾਊਟ ਟੂ ਰੈਸਟ 'ਤੇ ਆ। ਕਹਿੰਦੇ ਆਪਾਂ ਕੀ ਸ਼ੋਅ ਕਰਕੇ ਦਿਖਾਉਣਾ ਗਾ ਵੀ ਇਹਨਾਂ ਦੋਨਾਂ ਦੀ ਰੇਸ਼ੋ ਕਿਸ ਦੇ ਇਕੁਅਲ ਹੋਊਗੀ? u ਐਂਡ v ਦੀ ਰੇਸ਼ੋ 1 + e 1 - e ਦੇ। ਤਾਂ ਫਸਟ ਆਫ ਆਲ ਆਪਾਂ ਨੂੰ ਕੀ ਆ ਮਾਸ ਲੈਤਾ ਆਪਾਂ m ਤੇ b ਕੀ ਲੈਤੀ ਆ ਵੈਲੋਸਿਟੀ q ਤੇ ਇੰਪੈਕਟ ਕਰਕੇ। ਉਦੋਂ ਬਾਅਦ ਉਸੇ ਤਰ੍ਹਾਂ ਤੁਸੀਂ ਕਨਵਰਸੇਸ਼ਨ ਲਾ ਅਪਲਾਈ ਕਰੋਗੇ, ਨਿਊਟਨ ਲਾ ਅਪਲਾਈ ਕਰੋਗੇ, ਕੰਡੀਸ਼ਨਸ ਨੂੰ ਸੋਲਵ ਕਰੋਗੇ। ਜਦੋਂ u ਨੂੰ v ਨਾਲ ਡਿਵਾਈਡ ਕਰਕੇ ਇੱਥੋਂ ਸੋਲਵ ਕਰਾਂਗੇ ਆਪਾਂ ਤਾਂ ਆਪਣੇ ਕੋਲੇ ਰਿਕੁਆਇਰ ਰਿਜ਼ਲਟ ਨਿਕਲ ਆਊਗਾ। ਠੀਕ ਆ, ਉਹੀ ਲਾ ਬੇਟਾ ਉਹੀ ਅਪਲਾਈ ਕੀਤੇ ਹੋਏ ਆ ਜਿਹੜੇ ਆਪਾਂ ਨੂੰ ਸਪੈਸ਼ਲ ਉਹਨਾਂ ਨੇ ਮੈਂਸ਼ਨ ਕਰਕੇ ਦਿੱਤੇ ਹੋਏ ਆ ਆਰਟੀਕਲ ਦੇ ਵਿੱਚ। ਨੈਕਸਟ ਦੇ ਵਿੱਚ ਵੀ ਉੱਦਾਂ ਹੀ ਆ, ਉਹੀ ਦੋ ਲਾ ਅਪਲਾਈ ਹੋਣਗੇ, ਨਿਊਟਨ ਤੇ ਕੰਜ਼ਰਵੇਸ਼ਨ ਲਾ। ਇਹਦੇ 'ਚ ਤੁਸੀਂ ਸ਼ੋਅ ਕਰਨਾ ਗਾ ਵੀ ਜਿਹੜਾ ਕਨੈਟਿਕ ਐਨਰਜੀ ਦੇ ਵਿੱਚ ਲੋਸ ਹੋਊਗਾ ਡਾਇਰੈਕਟ ਇੰਪੈਕਟ ਦੇ ਉੱਪਰ ਮਾਸ m1 m2 ਨਾਲ ਵੈਲੋਸਿਟੀ b1 b2 ਦੇ ਨਾਲ, ਇਹ ਵੀ ਕੀ ਲੱਗ ਰਿਹਾ ਡਾਇਰੈਕਟ ਈਚ ਅਦਰ ਅਪਲਾਈ ਹੋ ਰਹੇ ਆ। ਇਸ ਕੰਡੀਸ਼ਨ 'ਚ ਹੋਊਗਾ ਈ, ਉਸੇ ਤਰ੍ਹਾਂ ਆਪਾਂ ਨੂੰ ਕੋਫੀਸ਼ੀਐਂਟ ਦਿੱਤਾ ਹੋਇਆ। b1 b2 ਆਪਾਂ ਵੈਲੋਸਿਟੀ ਸਿਲੈਕਟ ਕੀਤੀਆਂ ਨੇ ਇੰਪੈਕਟ ਦੇ ਉੱਪਰ, ਉਸੇ ਤਰ੍ਹਾਂ ਤੁਸੀਂ ਕੰਜ਼ਰਵੇਸ਼ਨ ਲਾ ਅਪਲਾਈ ਕੀਤਾ, ਨਿਊਟਨ ਲਾ ਅਪਲਾਈ ਕੀਤਾ। ਚੇਂਜ ਇਨ ਕਨੈਟਿਕ ਐਨਰਜੀ ਕੀ ਹੁੰਦਾ ਆਪਣੇ ਕੋਲ, ਜਿਹੜਾ ਆਪਾਂ ਪਿੱਛੇ ਕਰਕੇ ਆਏ ਸੀਗੇ। ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ b1 b2 ਨਾਲ ਲਿਖਾਂਗੇ ਵੈਲੋਸਿਟੀ, ਉਹਦੇ ਵਿੱਚੋਂ ਮਾਈਨਸ ਕਰਦੇ ਹੁੰਦੇ ਸੀ ਜਿਹੜੀ ਆਪਾਂ ਛੋਟੇ ਵਾਲੀ b1 ਦੀ ਵੈਲੋਸਿਟੀ ਮਾਈਨਸ ਕਰ ਦਿੰਦੇ ਸੀ। ਤਾਂ ਇੱਥੇ ਕੀ ਉਹਨਾਂ ਨੇ ਡਿਨੋਟ ਕੀਤਾ ਹੋਇਆ ਗਾ ਛੋਟੇ ਵਾਲੀ b ਦੇ ਨਾਲ ਡਿਨੋਟ ਕੀਤਾ ਹੋਇਆ ਗਾ। ਇਸ ਕੰਡੀਸ਼ਨ ਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲੇ ਕੀ ਇਹ ਰਿਜ਼ਲਟ ਨਿਕਲ ਆਊਗਾ। ਸਿੰਸ ਕਹਿੰਦੇ ਆਪਣੇ ਕੋਲੇ ਜਿਹੜਾ 1 - c² ਹੁੰਦਾ ਗ੍ਰੇਟਰ ਦੈਨ ਹੁੰਦਾ ਗਾ 0 ਤੋਂ, ਦੇਅਰ ਫॉर ਚੇਂਜ ਇਨ ਕਨੈਟਿਕ ਐਨਰਜੀ ਨੈਗੇਟਿਵ, ਸੋ ਦਾ ਲਾਸ ਆਫ ਕਨੈਟਿਕ ਐਨਰਜੀ ਡੂਇੰਗ ਇੰਪੈਕਟ। ਕਹਿੰਦੇ ਜਿਹੜਾ ਆਪਣੇ ਕੋਲੇ 1 - c² ਆ ਇਹਦਾ ਗ੍ਰੇਟਰ ਦੈਨ ਆ 0 ਤੋਂ, ਤਾਂ ਜਿਹੜਾ ਵੀ ਚੇਂਜ ਹੋਊਗਾ ਕਨੈਟਿਕ ਐਨਰਜੀ ਦੇ ਵਿੱਚ ਕੀ ਆ ਨੈਗੇਟਿਵ ਹੋਊਗਾ। ਨੈਗੇਟਿਵ ਚੇਂਜ ਹੋਊਗਾ ਤਾਂ ਕਰਕੇ ਜਦੋਂ ਇੱਥੇ ਆਪਾਂ ਫੇਰ ਨੈਗੇਟਿਵ ਅਪਲਾਈ ਕਰਾਂਗੇ, ਇੱਕ ਮਾਈਨਸ ਪਹਿਲਾਂ ਤੋਂ ਪਈ ਹੋਈ ਆ, ਮਾਈਨਸ ਮਾਈਨਸ ਪਲੱਸ ਹੋ ਕੇ ਤੁਹਾਡੇ ਕੋਲੇ ਕੀ ਆ ਆਨਸਰ ਆ ਜਾਊਗਾ ਲਾਸ ਆਫ ਕਨੈਟਿਕ ਐਨਰਜੀ ਦਾ। ਅਗਲੀ ਐਗਜ਼ਾਮਪਲ ਦੇਖ ਲਓ, ਦਾ ਮਾਸ ਆਫ 3 ਸਪੀਅਰ ਆ A B C, ਤਿੰਨਾਂ ਦਾ ਮਾਸ ਦਿੱਤਾ ਹੋਇਆ ਗਾ। ਕੋਫੀਸ਼ੀਐਂਟ ਕੀ ਆ ਆਪਣੇ ਕੋਲੇ ਇੱਥੇ ਰੈਜ਼ਿਸਟੈਂਸ ਦਾ ਇਜ਼ ਯੂਨਿਟੀ, ਮਤਲਬ E ਦੀ ਵੈਲਿਊ ਤੁਹਾਨੂੰ ਕੀ ਦਿੱਤੀ ਹੋਈ ਆ 1। ਦੇਅਰ ਸੈਂਟਰਸ ਆਰ ਇਨ ਸਟੇਟ ਲਾਈਨ, C ਲਾਈ ਕਰ ਰਿਹਾ ਬਿਟਵੀਨ A ਐਂਡ B, A ਐਂਡ B ਦੇ ਵਿੱਚ ਕੀ ਆ ਆਪਣਾ C ਲਾਈਕ ਕਰ ਰਿਹਾ ਗਾ। ਇਨੀਸ਼ਲੀ ਕਹਿੰਦੇ A ਤੇ B ਕੀ ਆ ਰੈਸਟ 'ਤੇ ਆ, C ਕੀ ਆ ਆਪਣੇ ਕੋਲੇ ਵੈਲੋਸਿਟੀ ਨੂੰ ਗਿਵਨ ਕਰਦਾ ਗਾ ਲਾਈਨਸ ਦੀ ਟੂਵਰਡਸ A। ਸ਼ੋਅ ਕਰਨਾ ਗਾ ਆਪਾਂ ਸਟਰਾਈਕ, ਜੇ ਇਹ ਸਟਰਾਈਕ ਕਰਦਾ ਗਾ A ਕੀ ਆ ਟਵਾਈਸ ਹੋਊਗਾ, B ਵੰਸ ਹੋਊਗਾ। ਫਾਈਨਲ ਵੈਲੋਸਿਟੀ ਆ ਜਿਹੜੀਆਂ A B C ਦੀਆਂ ਉਹ ਪ੍ਰਪੋਰਸ਼ਨਲ ਕਿਸ ਦੇ ਹੋਣਗੀਆਂ ਗਿਵਨ ਕੰਡੀਸ਼ਨ ਦੀ। ਠੀਕ ਆ, ਤਾਂ ਹੁਣ ਇਹ ਸਮ ਦੇਖੋ ਆਪਣਾ, ਤਾਂ U ਕੀ ਆਪਾਂ ਇਨੀਸ਼ੀਅਲ ਵੈਲੋਸਿਟੀ ਲੈਤੀ ਆ, U ਇਨੀਸ਼ੀਅਲ ਵੈਲੋਸਿਟੀ ਲੈ ਰਹੇ ਆ ਆਪਾਂ,
B1 B2 ਕੀ ਲੈ ਰਹੇ ਹਾਂ ਵੈਲੋਸਿਟੀ C ਤੇ A ਦੀ। U ਵੈਲੋਸਿਟੀ ਆਪਾਂ C ਤੇ ਅਪਲਾਈ ਕਰ ਰਹੇ ਹਾਂ। ਉਸ ਤੋਂ ਬਾਅਦ ਉਸੇ ਤਰ੍ਹਾਂ ਤੁਸੀਂ ਕੰਜ਼ਰਵੇਸ਼ਨ ਦਾ ਲਾ ਅਪਲਾਈ ਕਰੋਗੇ, U ਦੀ ਵੈਲਿਊ ਨਿਕਲ ਆਊਗੀ। ਨਿਊਟਨ ਲਾ ਅਪਲਾਈ ਕਰੋਗੇ ਤਾਂ ਤੁਹਾਡੇ ਕੋਲ ਸੈਕਿੰਡ ਕੰਡੀਸ਼ਨ ਨਿਕਲ ਆਊਗੀ। ਦੋਨਾਂ ਨੂੰ ਜਦੋਂ ਸੋਲਵ ਕਰੋਗੇ ਸੈਕਿੰਡ ਐਂਡ 1 ਕੰਡੀਸ਼ਨ ਨੂੰ, ਸੈਕਿੰਡ ਅਤੇ 1 ਨੂੰ ਜਦੋਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ B2 ਐਂਡ B1 ਦੀ ਵੈਲਿਊ ਨਿਕਲ ਆਊਗੀ। ਠੀਕ ਹੈ। ਨੈਕਸਟ ਕੀ ਹੈ, ਸਪੀਅਰ C ਆ ਜਿਹੜਾ ਆਪਣਾ ਸਟਰਾਈਕ ਕਰਦਾ ਸੀ A 'ਤੇ, ਮੂਵ ਕਰੂਗਾ ਕਹਿੰਦੇ B ਵੱਲ ਨੂੰ, ਵੈਲੋਸਿਟੀ ਕੀ ਆ ਜੂ ਆਪਣੇ ਕੋਲ 3/4U, ਕਿਉਂਕਿ 3 ਸਰਕਲ ਸੀਗੀ। ਠੀਕ ਹੈ, 3 ਸਰਕਲ 'ਚ ਸੀਗੀ ਤਾਂ ਆਪਣੇ ਕੋਲ ਨੈਕਸਟ ਵਾਲੇ ਦੀ ਵੈਲੋਸਿਟੀ ਨਿਕਲ ਆਵੇਗੀ 3/4U। ਠੀਕ ਹੈ। ਤਾਂ ਉਦੋਂ ਬਾਅਦ ਕੀ ਕਰਨਾ ਗਾ ਤੁਸੀਂ, ਵੈਲੋਸਿਟੀ ਕੱਢਣ ਤੋਂ ਬਾਅਦ ਉਸੇ ਤਰ੍ਹਾਂ B3 B4 ਨਵੇਂ ਪੁਆਇੰਟ ਐਗਜ਼ਿਸਟ ਕਰ ਜਾਣਗੇ C ਤੇ B ਦੇ, ਇਹਨਾਂ ਦੀ ਮੂਵਮੈਂਟ ਕੱਢ ਲਓਗੇ ਤੁਸੀਂ। ਇਹਨਾਂ ਦੀ ਮੂਵਮੈਂਟ ਕੱਢਣ ਤੋਂ ਬਾਅਦ ਨਿਊਟਨ ਇਕੁਏਸ਼ਨ ਅਪਲਾਈ ਕਰੋਗੇ, ਉਸੇ ਤਰ੍ਹਾਂ ਇੱਥੋਂ ਤੁਹਾਡੇ ਕੋਲ B4 ਤੇ B5 ਦੀ ਕੰਡੀਸ਼ਨ ਨਿਕਲ ਆਊਗੀ। ਸਿਮੀਲਰਲੀ ਤੁਸੀਂ ਨੈਕਸਟ ਵਾਲੇ B4 ਤੇ B5 ਤੋਂ ਬਾਅਦ 6 ਤੇ 5 ਦੀ ਵੈਲਿਊ ਕੱਢੋਗੇ, 4 ਅਤੇ 3 ਤੋਂ ਬਾਅਦ ਤੁਸੀਂ 5 ਐਂਡ 6 ਦੀ ਵੈਲਿਊ ਕੱਢ ਲਓਗੇ। ਤਿੰਨੇ ਆਪਣੇ ਕੋਲੇ ਵੈਲਿਊਸ ਨਿਕਲ ਆਈਆਂ। ਤਾਂ ਹੁਣ ਆਪਣੇ ਕੋਲੇ ABC ਦੀਆਂ ਵੈਲਿਊਸ ਨਿਕਲ ਆਉਣਗੀਆਂ। ABC ਦੀਆਂ ਰੇਸ਼ੋ ਨੂੰ ਲਿਖ ਦੋਗੇ, U ਸਾਰੀਆਂ 'ਚ ਕਾਮਨ ਸੀ ਕੱਟਿਆ ਜਾਊਗਾ, ਇਹਨਾਂ ਨੂੰ ਆਪਸ 'ਚ ਕੱਟ ਕਰੋਗੇ ਤਾਂ ਤੁਹਾਡੇ ਕੋਲੇ ਕੀ ਆ, ਰਿਕੁਆਇਰ ਰਿਜ਼ਲਟ ਨਿਕਲ ਆਊਗਾ। ਠੀਕ ਹੈ। ਨੈਕਸਟ ਦੇਖੋ, 2 ਇਕੁਅਲ ਸਪੀਅਰ ਦਿੱਤੇ ਹੋਏ ਆਪਾਂ ਨੂੰ, AB ਲਾਈ ਕਰ ਰਹੇ ਆ ਸਮੂਥ ਹੋਰੀਐਂਟਲ ਸਰਕੂਲਰ ਗਰੋਵ ਐਟ ਦਾ ਓਪੋਜ਼ਿਟ ਐਂਡ ਆਫ ਦਾ ਡਾਇਆਮੀਟਰ। ਕਹਿੰਦੇ ਕੋਈ ਸਪੀਅਰ ਆ AB ਇਕੁਅਲ ਨੇ, ਲਾਈਕ ਕਰ ਰਹੇ ਆ ਓਪੋਜ਼ਿਟ ਸੈਂਸ ਦੇ ਵਿੱਚ। ਇਹ ਪ੍ਰੋਜੈਕਟ ਕਰਦੇ ਆ ਆਪਾਂ ਅਲਾਉਨ ਦਾ ਗਰੋਵ ਐਂਡ ਐਟ ਦਾ ਐਂਡ ਆਫ ਟਾਈਮ T। ਟਾਈਮ T ਦੇ ਐਂਡ ਦੇ ਉੱਪਰ ਕੀ ਆ ਆਪਣੇ ਕੋਲੇ, ਇੰਪ੍ਰਿੰਗਸ ਹੁੰਦਾ ਗਾ B। ਠੀਕ ਹੈ। ਇਹ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਗਰੋਵ ਦੇ ਉੱਪਰ, ਮਤਲਬ ਅਲਾਉਂਗ ਗਰੋਵ ਦੇ, ਅਤੇ ਤੁਸੀਂ ਐਟ ਦਾ ਐਂਡ ਆਫ ਟਾਈਮ B 'ਤੇ ਕੀ ਆਪਣੇ ਕੋਲ ਆਉਂਦਾ ਗਾ B ਪੁਆਇੰਟ ਸ਼ੋਅ ਕਰਨਾ ਗਾ। ਜਿਹੜਾ ਸੈਕਿੰਡ ਇੰਪੈਕਟ ਹੋਊਗਾ ਆਪਣੇ ਕੋਲ ਟਾਈਮ 2T/E, E ਕੀ ਹੋਊਗਾ ਆਪਣੇ ਕੋਲ ਕੋਐਫੀਸ਼ੀਐਂਟ ਆਫ ਇਲੈਕਟ੍ਰਿਸਿਟੀ। ਹੁਣ ਦੇਖੋ ਕੀ ਲਵਾਂਗੇ ਆਪਾਂ, ਫਸਟ ਪੁਆਇੰਟ A ਵੈਲੋਸਿਟੀ B ਦੇ ਨਾਲ। ਹੁਣ ਕੀ ਹੈ, ਇਹ ਹਾਫ ਸਰਕਲ ਦੇ ਵਿੱਚ T ਦੀ ਵੈਲਿਊ ਦੇਖੋ ਕਿਵੇਂ ਕੱਢੀ ਹੋਈ ਆ। ਉੱਪਰ ਤੁਸੀਂ ਲਾਉਣਾ ਗਾ ਟਾਈਮ ਪੀਰੀਅਡ ਇੱਕ, ਨੀਚੇ ਵੀ ਵੈਲੋਸਿਟੀ ਦੇ ਅਲਾਉਨ ਕੱਢ ਰਹੇ ਹੋ ਟਾਈਮ। ਉੱਪਰ ਜਿਹੜਾ ਟਾਈਮ ਪੀਰੀਅਡ ਆਊਗਾ ਇਹਦਾ, ਨੀਚੇ ਜਿਹੜੀ ਵੈਲੋਸਿਟੀ ਦੇ ਅਲਾਉਨ ਕੱਢ ਰਹੇ ਹੋ। ਹੁਣ ਇਹ ਉੱਪਰ ਵਾਲਾ ਟਾਈਮ ਕਿਵੇਂ ਕੱਢਿਆ ਹੋਇਆ ਗਾ, ਇਹ ਧਿਆਨ ਨਾਲ ਦੇਖੋ। ਆਪਣੇ ਕੋਲੇ ਸਪੀਅਰ ਆ, ਪੂਰੇ ਚੱਕਰ ਦਾ ਆਪਣੇ ਕੋਲੇ ਜਿਹੜਾ ਏਰੀਆ ਹੁੰਦਾ ਉਹ ਕੀ ਹੁੰਦਾ 2πr, ਅੱਧ ਦਾ ਕੱਢ ਰਹੇ ਹਾਂ ਆਪਾਂ ਤਾਂ 2πr/2। ਠੀਕ ਆ। ਬਟ ਇੱਥੇ R ਦੀ ਜਗ੍ਹਾ 'ਤੇ ਕੀ ਆ ਆਪਣੇ ਕੋਲੇ A ਦਿੱਤੀ ਹੋਈ ਆ, ਤਾਂ ਇੱਥੇ ਆਪਾਂ A ਲੈ ਕੇ ਚੱਲਾਂਗੇ ਤਾਂ 2πA, ਕਿਉਂਕਿ ਇਹਦਾ ਆਪਾਂ ਰੇਡੀਅਸ A ਲੈਤਾ ਗਾ, ਨੀਚੇ 2, ਉਸੇ ਤਰ੍ਹਾਂ B ਤੇ ਤਾਂ ਅਲਾਉਨ ਆਪਾਂ ਕੱਢ ਰਹੇ ਹਾਂ ਤਾਂ B ਤਾਂ ਲੱਗੇਗਾ। ਠੀਕ ਹੈ। 2 ਨਾਲ 2 ਕੈਂਸਲ ਹੋ ਗਏ, ਆਪਣੇ ਕੋਲੇ ਕੀ ਆ ਜਾਊਗਾ ਟਾਈਮ πA/B। ਹੁਣ ਆਪਾਂ ਵੈਲੋਸਿਟੀਸ ਲੈਤੀ ਆ AB ਪੁਆਇੰਟ ਦੀਆਂ B1 B2, M ਮਾਸ ਲੈ ਰਹੇ ਹਾਂ। ਉਦੋਂ ਬਾਅਦ ਤੁਸੀਂ ਪ੍ਰਿੰਸੀਪਲ ਅਪਲਾਈ ਕਰੋਗੇ ਕੰਜ਼ਰਵੇਸ਼ਨ ਦਾ, ਤਾਂ ਉਹ ਅਪਲਾਈ ਕਰ ਦਿਓ, ਨਿਊਟਨ ਲਾ ਅਪਲਾਈ ਕਰ ਦਿਓ। ਨਿਊਟਨ ਲਾ ਅਪਲਾਈ ਕਰਨ ਤੋਂ ਬਾਅਦ ਕੀ ਕਰਨਾ ਗਾ ਤੁਸੀਂ, ਦਾ ਰਿਲੇਟਿਵ ਸਪੀਡ ਟੂ ਸਪੀਅਰ ਦੀ। ਜੇ ਆਪਾਂ ਸਪੀਡ ਕੱਢਦੇ ਹਾਂ, ਆਪਾਂ ਇੱਕ ਇੱਕ ਦੀ ਕੱਢਦੇ ਹੁੰਦੇ ਸੀਗੇ, B1 ਲੈਂਦੇ ਸੀ B2 ਲੈਂਦੇ ਸੀ। ਹੁਣ ਇੱਥੇ ਆਪਾਂ ਦੋਨਾਂ ਸਪੀਅਰ ਦੀ ਰਿਲੇਟਿਵ ਸਪੀਡ ਕੱਢ ਰਹੇ ਹਾਂ ਤਾਂ B2 ਦੇ ਵਿੱਚੋਂ B1 ਮਾਈਨਸ ਹੋ ਜਾਊਗਾ। ਡਿਸਟੈਂਸ ਆਪਣੇ ਕੋਲੇ ਆਇਆ ਹੋਇਆ ਗਾ 2πA, ਜਿਹੜਾ ਕਵਰ ਕਰਦਾ ਗਾ ਬਿਫੋਰ ਦਾ ਇੰਪਿੰਗ ਅਗੇਨ। ਕਹਿੰਦੇ ਆਪਣਾ ਜਿਹੜਾ ਡਿਸਟੈਂਸ ਆ ਉਹ ਕੀ ਆ 2πA ਆ। ਆਪਾਂ ਦੋਨਾਂ ਦੀ ਸਪੀਡ ਕੀ ਲੈਤੀ ਆ B2 - B1। ਠੀਕ ਹੈ। ਇਹ ਦੋਨਾਂ ਦੀ ਸਪੀਡ ਲੈਤੀ ਹੋਈ ਆ ਕਿਉਂਕਿ ਦੋਨੇ ਇਕੱਠੇ ਮੂਵ ਕਰ ਰਹੇ ਆ, ਤਾਂ ਕਰਕੇ ਤੁਸੀਂ ਸਪੀਡ ਕੀ ਲਓਗੇ B2 - B1। ਤਾਂ ਹੁਣ ਇਹਦਾ ਕੀ ਆ ਸੈਕਿੰਡ ਇੰਪੈਕਟ ਕੱਢੋਗੇ ਤੁਸੀਂ, ਤਾਂ ਦੋਨੇ ਵੈਲਿਊਸ ਆਪਾਂ ਕੱਢ ਚੁੱਕੇ ਆ। 2πA ਨੂੰ ਉੱਪਰ ਲਿਖ ਕੇ B2 - B1 ਨੂੰ ਨੀਚੇ ਲਿਖੋਗੇ। ਇਹਦੀ ਵੈਲਿਊ ਆਪਾਂ ਕੱਢੀ ਹੋਈ ਹੈ EP। ਠੀਕ ਆ। EP ਕੱਢੀ ਹੋਈ ਹੈ, ਇਹਦੀ ਵੈਲਿਊ ਪੁੱਟ ਕਰ ਦੋਗੇ। T ਦੀ ਵੈਲਿਊ ਵੀ ਆਪਾਂ ਕੱਢ ਚੁੱਕੇ ਆ,
B2 ਮਾਈਨਸ B1 ਦੀ ਵੈਲਿਊ ਆਪਾਂ ਈ ਪੀ ਕੱਢੀ ਹੋਈ ਸੀਗੀ, B ਦੀ ਵੈਲਿਊ ਆਪਾਂ ਪਿੱਛੇ ਕੱਢੀ ਸੀਗੀ ਪਾਈ ਏ ਬਾਏ ਟੀ, ਉਹ ਕੱਢ ਦੋਗੇ। ਠੀਕ ਹੈ, ਤਾਂ ਉਦੋਂ ਬਾਅਦ ਇਹਨਾਂ ਨੂੰ ਜਸਟ ਕੱਟ ਕਰਨਾ ਗਾ। ਕਿਵੇਂ ਕਰੋਗੇ, ਪਾਈ ਨਾਲ ਪਾਈ ਕੱਟਿਆ ਜਾਊ, ਏ ਨਾਲ ਏ ਕੱਟਿਆ ਜਾਊਗਾ, ਆਪਣੇ ਕੋਲੇ ਕੀ ਬਚ ਜੂਗਾ 2ET। ਠੀਕ ਆ, ਤਾਂ ਈ ਨਾਲ ਟੀ ਬਚ ਜੂਗਾ, ਤਾਂ ਟੀ ਨੂੰ ਜਦੋਂ ਉੱਪਰ ਲੈ ਕੇ ਜਾਵਾਂਗੇ ਆਪਾਂ ਕੀ ਬਣ ਜੂਗਾ 2T/E। ਤਾਂ ਇਹ ਆਨਸਰ ਆ ਜੂਗਾ ਆਪਣੇ ਕੋਲ। ਠੀਕ ਹੈ, ਤਾਂ ਇਹੀ ਆਪਾਂ ਕੱਢ ਕੇ ਦਿਖਾਉਣਾ ਸੀ ਬੇਟਾ। ਤਾਂ ਇਹ ਐਗਜ਼ਾਮਪਲ ਤੁਸੀਂ ਕਰਕੇ ਦੇਖ ਲਿਓ, ਜੇ ਨਾ ਸਮਝ ਆਈ ਤਾਂ ਕੋਈ ਵੀ ਐਗਜ਼ਾਮਪਲ ਪੁੱਛ ਸਕਦੇ ਹੋ। ਠੀਕ ਹੈ।